Hello students, but today in this lecture I am going to discuss about various spectral series of hydrogen atom spectrum, or better we can say that Bohr's explanation of spectral series. So for this beta we are assuming that when an electron jumps from higher energy state to the lower energy state in the hydrogen atom, the radiation of particular wavelength or frequency so that spectral line is emitted. ਤਾਂ ਬੇਟਾ ਇਸ ਦੇ ਵਿੱਚ ਕੀ ਹੈ, ਆਪਾਂ ਕੀ ਕਰਨਾ ਹੈ ਬੇਟਾ, ਬੋਹਰ ਨੇ ਜੋ ਐਕਸਪਲੇਨੇਸ਼ਨ ਦਿੱਤੀ ਸੀਗੀ ਸਪੈਕਟਰਲ ਸੀਰੀਜ਼ ਦੀ, ਉਸ ਦੇ ਉੱਤੇ ਬੇਟੇ ਆਪਾਂ ਡਿਫਰੈਂਟ ਸੀਰੀਜ਼ ਨੂੰ ਲੈ ਕੇ ਬੇਟੇ ਡਿਸਕਸ ਕਰਾਂਗੇ। ਤਾਂ ਇਸ ਦੇ ਵਿੱਚ ਕੀ ਹੈ ਬੇਟਾ ਕਿ ਅਗਰ ਇੱਕ ਇਲੈਕਟ੍ਰੋਨ ਜੰਪ ਕਰਦਾ ਬੇਟਾ ਹਾਇਰ ਟੂ ਲੋਅਰ ਸਟੇਟ, ਤਾਂ ਐਟ ਦੈਟ ਟਾਈਮ ਬੇਟੇ ਉਹ ਇੱਕ ਪਰਟੀਕੂਲਰ ਵੇਵਲੈਂਥ ਔਰ ਫਰੀਕੁਐਂਸੀ ਦੀ ਬੇਟਾ ਜਿਹੜੀ ਰੇਡੀਏਸ਼ਨ ਹੈ ਉਸ ਨੂੰ ਇਮਿਟ ਕਰਦਾ ਹੈ, ਤਾਂ ਉਸ ਨੂੰ ਆਪਾਂ ਕੀ ਬੋਲਦੇ ਹਾਂ ਬੇਟੇ, ਸਪੈਕਟਰਲ ਲਾਈਨ ਇਜ਼ emitted. The wavelength of the spectral line depends upon the energies between two energy states in which the transition of electron take place. The spectral line emitted as a result of the transition of electron from higher energy state to particular low energy state from a spectral series as shown in figure. ਸੋ ਬੇਟਾ ਇਸ ਦੇ ਵਿੱਚ ਕੀ ਕਹਿ ਰਿਹਾ ਕਿ ਜਦੋਂ ਇੱਕ ਇਲੈਕਟ੍ਰੋਨ ਬੇਟਾ ਹਾਇਰ ਸਟੇਟ ਤੋਂ ਲੋਅਰ ਐਨਰਜੀ ਸਟੇਟ ਦੇ ਵਿੱਚ ਬੇਟੇ ਜੰਪ ਕਰਦਾ ਤਾਂ ਕੀ ਕਰਦਾ ਬੇਟੇ, ਇੱਕ ਪਰਟੀਕੂਲਰ ਵੇਵਲੈਂਥ ਔਰ ਫਰੀਕੁਐਂਸੀ ਦੀ ਰੇਡੀਏਸ਼ਨ ਨੂੰ ਐਮਿਟ ਕਰਦਾ ਹੈ। ਔਰ ਬੇਟੇ ਆਪਾਂ ਨੂੰ ਇਹ ਵੀ ਪਤਾ ਹੈ ਕਿ ਜੋ ਉਸ ਸਪੈਕਟਰਲ ਲਾਈਨ ਦੀ ਵੇਵਲੈਂਥ ਹੈ ਬੇਟੇ ਉਹ ਡਿਪੈਂਡ ਕਿਸ ਦੇ ਉੱਤੇ ਕਰਦੀ ਹੈ, ਜਿਹੜੇ ਵੀ ਅਸੀਂ ਦੋ ਬੇਟਾ ਟ੍ਰਾਂਜੀਸ਼ਨ ਸਟੇਟਸ ਨੂੰ ਲੈ ਰਹੇ ਹਾਂ, ਮਤਲਬ ਹਾਈ ਸਟੇਟ ਟੂ ਲੋ ਸਟੇਟ, ਉਹਨਾਂ ਦੋਨਾਂ ਦੀਆਂ ਐਨਰਜੀਜ਼ ਦੇ ਉੱਤੇ ਬੇਟੇ ਡਿਪੈਂਡ ਕਰਦੀ ਹੈ, ਜੋ ਕਿ ਸਾਨੂੰ ਬੋਹਰਜ਼ ਨੇ ਆਪਣੀ ਪੋਸਟੂਲੇਟ ਦੇ ਵਿੱਚ ਦੱਸਿਆ। ਸੋ ਅਕੋਰਡਿੰਗ ਟੂ ਦਿਸ ਬੇਟਾ ਨਾਓ ਵੀ ਵਿਲ ਐਕਸਪਲੇਨ one by one all series. So first is a Lyman series. So beta in this spectral lines emitted due to transition of electron from any higher orbit to the first orbit from a spectral series known as a Lyman series. Beta as you know Lyman series is the first series in the hydrogen spectrum. ਤਾਂ ਬੇਟਾ ਉਹਦੇ ਵਾਸਤੇ ਜੋ ਸਾਡੇ ਕੋਲ NF ਹੈ ਉਸ ਦੀ ਵੈਲਿਊ ਕੀ ਹੁੰਦੀ ਹੈ ਬੇਟੇ, 1 ਹੁੰਦੀ ਹੈ। ਸਾਡਾ ਫਸਟ ਔਰਬਿਟ ਹੁੰਦਾ ਉਹ 1 ਹੁੰਦਾ ਹੈ, ਠੀਕ ਹੈ ਜੀ। ਤਾਂ ਇਹ ਕੀ ਹੋ ਗਿਆ ਬੇਟੇ, ਸਾਡਾ ਗਰਾਊਂਡ ਸਟੇਟ ਵਾਲੀ ਜਿਹੜੀ ਅਸੀਂ ਟ੍ਰਾਂਜੀਸ਼ਨ ਸਟੇਟ ਨੂੰ ਐਜ਼ਿਊਮ ਕਰ ਰਹੇ ਹਾਂ ਬੇਟੇ, ਉਹ ਹੈ ਫਸਟ ਜੋ ਗਰਾਊਂਡ ਸਟੇਟ ਹੈ। ਉਸ ਦੇ ਕੋਰਸਪੋਂਡਿੰਗ ਹਾਇਰ ਸਟੇਟਸ ਕਿੱਥੋਂ ਸਟਾਰਟ ਹੋਣਗੀਆਂ ਬੇਟੇ, ਓਬਵੀਅਸ ਹੈ 2 3 4 5 ਤੋਂ, ਬਿਕਾਜ਼ ਫਸਟ ਤਾਂ ਕੀ ਹੈ ਬੇਟੇ ਸਾਡੀ ਗਰਾਊਂਡ ਸਟੇਟ ਹੈ। ਤਾਂ ਸੈਕਿੰਡ ਤੋਂ ਕੀ ਹੋਗੀ ਬੇਟਾ, ਸਟਾਰਟ ਸਾਡੀ ਹਾਇਰ ਸਟੇਟ ਸਟਾਰਟ ਹੋਗੀ। ਤਾਂ ਜਦੋਂ ਬੇਟਾ ਇਲੈਕਟ੍ਰੋਨ ਇਸ ਕਿਸੇ ਵੀ ਹਾਇਰ ਸਟੇਟ ਤੋਂ ਬੇਟੇ ਫਸਟ ਔਰਬਿਟ ਦੇ ਵਿੱਚ ਜੰਪ ਕਰੂਗਾ ਤਾਂ ਉਸ ਦੇ ਕੋਰਸਪੋਂਡਿੰਗ ਜਿਹੜੀ ਸਾਡੇ ਕੋਲ ਸਪੈਕਟਰਲ ਸੀਰੀਜ਼ ਆਊਗੀ ਬੇਟਾ, ਉਸ ਨੂੰ ਆਪਾਂ ਕੀ ਬੋਲਦੇ ਹਾਂ, ਲਾਈਮਨ ਸੀਰੀਜ਼ ਬੋਲਦੇ ਹਾਂ। ਐਜ਼ ਵੀ ਨੋ ਦੈਟ ਬੇਟਾ ਜੋ ਰਿਦਬਰਗ ਫਾਰਮੂਲਾ ਇਨ ਦ ਅਰਲੀਅਰ ਲੈਕਚਰ ਵੀ ਹੈਵ ਡਿਸਕਸਡ ਬੇਟੇ, ਜਿਨ੍ਹਾਂ ਨੇ ਬੇਟਾ ਰਿਦਬਰਗ ਫਾਰਮੂਲਾ ਬਾਰੇ ਨਹੀਂ ਦੇਖਿਆ ਤਾਂ ਉਸ ਤੋਂ ਅਰਲੀਅਰ ਵੀਡੀਓਜ਼ ਨੂੰ ਦੇਖ ਸਕਦੇ ਬੇਟਾ। ਉਸ ਦੇ ਵਿੱਚ ਆਪਾਂ ਇਸ ਫਾਰਮੂਲਾ ਨੂੰ ਡਿਰਾਈਵ ਕੀਤਾ ਸੀ ਵਿਚ ਇਜ਼ ਨੋਨ ਐਜ਼ ਰਿਦਬਰਗ ਫਾਰਮੂਲਾ। ਸੋ 1 ਬਾਈ ਲੈਮਡਾ ਕੀ ਹੁੰਦਾ ਸੀ ਬੇਟਾ, ਵੇਵ ਨੰਬਰ ਵਿਚ ਇਜ਼ ਇਕੁਅਲਸ ਟੂ r 1 ਬਾਈ NF ਦਾ ਸਕੇਅਰ ਮਾਈਨਸ 1 ਬਾਈ NI ਦਾ ਸਕੇਅਰ। NF ਕੀ ਹੈ ਬੇਟਾ, ਸਾਡਾ ਫਸਟ ਔਰਬਿਟ ਸੀਗਾ, ਔਰ NI ਬੇਟੇ ਸਾਡਾ ਹਾਇਰ ਔਰਬਿਟ ਸੀਗਾ। ਕਲੀਅਰ। ਹੁਣ NF ਤਾਂ ਬੇਟੇ ਸਾਨੂੰ ਸਾਰੀਆਂ ਸੀਰੀਜ਼ ਦੇ ਵਿੱਚ ਪਤਾ ਹੋਊਗਾ, ਕਿਉਂਕਿ ਸਾਨੂੰ ਪਤਾ ਹੈ ਕਿ ਜਿਹੜਾ ਫਸਟ ਔਰਬਿਟ ਸੀਗਾ ਬੇਟੇ ਫਸਟ ਲੈਮਨ ਸੀਰੀਜ਼ ਹੈ, ਤਾਂ ਫਸਟ NF ਕੀ ਹੈ ਬੇਟੇ 1 ਹੈ, ਗਰਾਊਂਡ ਸਟੇਟ ਹੈ। ਤਾਂ ਬੇਟਾ ਇੱਥੇ ਵੈਲਿਊ ਪੁੱਟ ਕਰਤੀ NF ਦੀ, ਤਾਂ ਆਪਣੇ ਕੋਲ ਇਹੀ ਆ ਗਿਆ। ਹੁਣ N ਦੇ ਕੋਰਸਪੋਂਡਿੰਗ ਬੇਟੇ 2 ਤੋਂ ਲੈ ਕੇ 100 ਔਨ ਵੈਲਿਊਜ਼ ਨੂੰ ਪੁੱਟ ਕਰਦੇ ਜਾਓ, ਤਾਂ ਉਹਦੇ ਕੋਰਸਪੋਂਡਿੰਗ ਸਾਡੇ ਕੋਲ ਬੇਟਾ ਡਿਫਰੈਂਟ ਜੋ ਵੇਵਲੈਂਥਸ ਦੀਆਂ ਰੇਡੀਏਸ਼ਨਸ ਨੇ ਉਹਨਾਂ ਦੀ ਵੈਲਿਊ ਆਉਂਦੀ ਜਾਊਗੀ। ਸੋ ਇਨ ਦਿਸ ਬੇਟਾ ਵੀ ਵਿਲ ਫਾਈਂਡ ਲੌਂਗੈਸਟ ਐਂਡ ਸ਼ਾਰਟੈਸਟ, ਠੀਕ ਹੈ ਜੀ। ਫॉर ਦਿਸ ਬੇਟੇ ਲੌਂਗੈਸਟ ਜਦੋਂ ਆਪਾਂ ਵੇਵਲੈਂਥ ਫਾਈਂਡ ਆਊਟ ਕਰਨੀ ਹੈ ਬੇਟੇ, ਆਪਾਂ ਲਿਖਿਆ 1 ਬਾਈ ਲੈਮਡਾ L ਮੈਕਸ R ਬੇਟੇ, ਉਸ ਦੇ ਵਾਸਤੇ ਆਪਾਂ ਕੀ ਲੈ ਲਿਆ ਬੇਟੇ, NI ਹੈ ਜੋ ਉਹ 2 ਲੈ ਲਿਆ, ਠੀਕ ਹੈ ਜੀ, ਜਿਵੇਂ ਆਪਾਂ ਇੱਥੇ ਕੀਤਾ ਸੀ ਬੇਟਾ 2। NF ਆਪਣੇ ਕੋਲ 1 ਹੈ ਬੇਟਾ। ਜਦੋਂ ਇਸ ਨੂੰ ਸੋਲਵ ਕਰੋਗੇ ਬੇਟੇ ਆਫਟਰ ਪੁੱਟਿੰਗ ਦ ਵੈਲਿਊਜ਼ ਵੀ ਵਿਲ ਗੈਟ ਜੋ ਸਾਡੀ ਲੌਂਗੈਸਟ ਬੇਟਾ ਵੇਵਲੈਂਥ ਉਹ ਕਿੰਨੀ ਆ ਜੂਗੀ, 1216 ਆਂਗਸਟ੍ਰੋਮ ਔਰ ਬੇਟਾ 121.6 ਨੈਨੋਮੀਟਰ। ਤਾਂ ਇਹ ਕੀ ਆ ਗਈ ਬੇਟੇ ਸਾਡੀ ਲੌਂਗੈਸਟ ਵੇਵਲੈਂਥ। ਸਿਮਿਲਰਲੀ ਬੇਟੇ ਫॉर ਦ ਸ਼ਾਰਟੈਸਟ ਵੇਵਲੈਂਥ we will put ਬੇਟੇ NI equals to infinite, NF equals to 1, ਠੀਕ ਹੈ ਜੀ।
ਤਾਂ ਬੇਟੇ ਉਸ ਦੇ ਕੋਰਸਪੋਂਡਿੰਗ ਅਸੀਂ ਕੀ ਕੀਤਾ, ਵੈਲਿਊਜ਼ ਨੂੰ ਸਬਸਟੀਟਿਊਟ ਕੀਤਾ, ਔਰ ਜੋ ਸਾਡਾ ਲੈਮਡਾ ਮਿਨੀਮਮ ਸੀ ਬੇਟੇ ਉਹ ਕਿੰਨਾ ਆ ਗਿਆ 91.1 ਨੈਨੋਮੀਟਰ। ਔਰ ਬੇਟਾ ਜੋ ਇਹ ਸੀਰੀਜ਼ ਹੈ ਉਹ ਕਿਸ ਰੀਜਨ ਦੇ ਵਿੱਚ ਬੇਟੇ ਲਾਈ ਕਰਦੀ ਹੈ, ਦੈਟ ਇਜ਼ ਅ ਅਲਟਰਾ ਵਾਇਲਟ ਰੀਜਨ ਆਫ ਦ ਇਲੈਕਟ੍ਰੋਮੈਗਨੈਟਿਕ ਸਪੈਕਟਰਮ। So beta you have to learn longest as well as the shortest wavelength of every series, and also beta in which region this series will lies। ਤਾਂ ਉਹ ਕਿਹੜੇ ਰੀਜਨ ਦੇ ਵਿੱਚ ਲਾਈ ਕਰੂਗੀ ਬੇਟੇ, ਉਹ ਕੀ ਹੈ, ਅਲਟਰਾ ਵਾਇਲਟ ਰੀਜਨ ਹੈ। ਤਾਂ ਇਹ ਤੁਸੀਂ ਲਰਨ ਰੱਖਣਾ ਹੈ ਬੇਟਾ। ਦਿਸ ਫਿਗਰ ਸ਼ੋਜ਼ ਅ ਨੰਬਰ ਆਫ ਸੀਰੀਜ਼, ਲਾਈਮਨ, ਬਾਲਮਰ, ਪਾਸਟਨ, ਬ੍ਰੈਕਟ, ਪੀ ਫੰਡ। ਠੀਕ ਹੈ ਜੀ। ਹੁਣ ਇਸ ਡਾਇਗਰਾਮ ਦੇ ਵਿੱਚ ਕੀ ਸ਼ੋ ਕੀਤਾ ਜਾ ਰਿਹਾ ਬੇਟਾ, ਦਿਸ ਪੋਜ਼ਿਟਿਵ ਸਾਈਨ shows the beta nucleus 1 2 3 beta number of orbits। ਸੋ ਬੇਟੇ ਫਰਸਟ ਜੋ ਸੀਗੀ ਗਰਾਊਂਡ ਸਟੇਟ ਕਿਸ ਦੀ ਸੀ ਬੇਟਾ, ਲਾਈਮਨ ਸੀਰੀਜ਼ ਦੀ ਸੀਗੀ, ਤਾਂ ਇੱਥੋਂ ਸਟਾਰਟ ਹੋ ਗਈ ਬੇਟਾ ਲਾਈਮਨ ਸੀਰੀਜ਼। ਬਾਲਮਰ ਸੈਕਿੰਡ 'ਤੇ ਆਈ ਸੀ ਬੇਟਾ, ਉਹ ਸੈਕਿੰਡ ਗਰਾਊਂਡ ਸਟੇਟ ਤੋਂ ਸੀ, ਤਾਂ ਦੇਖੋ ਇਹ ਸੈਕਿੰਡ ਤੋਂ ਸਟਾਰਟ ਹੋ ਗਈ। ਠੀਕ ਹੈ ਜੀ। ਪਾਸਟਨ ਥਰਡ ਤੋਂ ਬੇਟੇ, ਆ ਦੇਖੋ ਇਹ ਵਾਲਾ ਜੋ ਲਾਈਨ ਹੈ ਬੇਟੇ ਉਹ ਥਰਡ ਨੂੰ ਸ਼ੋ ਕਰ ਰਹੀ ਹੈ। ਸਿਮਿਲਰਲੀ ਬੇਟਾ ਬ੍ਰੈਕਟ ਹੈ ਫੋਰਥ ਤੋਂ ਹੈ, ਪੀ ਫੰਡ ਹੈ ਬੇਟੇ ਫਿਫਥ ਤੋਂ ਹੈ। ਤਾਂ ਇਨ ਦਿਸ ਮੈਨਰ ਬੇਟਾ ਜੋ ਇਹ ਫਿਗਰ ਹੈ ਆਲ ਸੀਰੀਜ਼ ਨੂੰ ਬੇਟਾ ਸ਼ੋ ਕਰ ਰਹੀ ਹੈ। ਠੀਕ ਹੈ ਜੀ। series Balmer series, Balmer series or Balmer series we can say that। So but this series is very very important। So this is a second series according to the figure। ठीक है जी, according to the hydrogen spectrum। So beta spectral lines emitted due to the transition of electrons from any higher orbit to the second orbit or first excited state। ਤਾਂ ਬੇਟਾ according to ਅਗਰ ਆਪਾਂ अपनी लेमन सीरीज से देखिए तो बेटा आ स्टेट की होगी, एक्साइटेड स्टेट होगी, फर्स्ट एक्साइटेड स्टेट होगी और सैकेंड ऑर्बिट होगा। इस करके बेटा एन एफ नूं आपां की लवांगे 2 लवांगे, कोरसपोंडिंग सीरीज़ नूं आपां बालमर सीरीज़ बोलांगे। क्लीयर। तो बेटा बालमर गिव अ एम्पेरिकल फॉर्मूला विच इज़ 1/λ इक्वल्स टू बेटे रिदबर्ग जो फॉर्मूला सी इसनूं आपां अप्लाई किया। हुण बेटे जो एन एफ सी साडा फर्स्ट ऑर्बिट सीगा उसकी वैल्यू कितनी है राजे 2 है, और एन की लवांगे बेटे 2 अगर ये फर्स्ट स्टेट है तो एक्साइटेड किस तो स्टार्ट होगी बेटे 3 तो 3 4 5 6। ठीक है जी। हुण इत्थे आपां वैल्यू पुट कर देंगे बेटे 2 के कोरसपोंडिंग इत्थे 2 पुट किया बेटे, एन आई साडा कोई भी हो सकता है। हुण आपां फर्स्ट ते बेटे लॉन्गेस्ट वेवलेंथ फाइंड आउट की, तो लॉन्गेस्ट की होगी बेटा जो इस सीरीज़ की फर्स्ट एक्साइटेड स्टेट है, इट मीनस बेटे एन इक्वल्स टू 3। ठीक है जी। तो इत्थे बेटे 3 नूं आपां पुट किया, इसनूं सॉल्व किया बेटे, सॉल्व करन तो बाद अपने कोल की आ गई बेटे लॉन्गेस्ट जो वेवलेंथ है 655.9 नैनोमीटर। दिस वेवलेंथ कोरसपोंडिंग टू एच अल्फा स्पेक्ट्रल लाइन ऑफ हाइड्रोजन स्पेक्ट्रम। बेटा इन द अर्लीयर लेक्चर वी हैव डिस्कस्ड हाइड्रोजन स्पेक्ट्रम फॉर बामर सीरीज़। तो उसदे विच आपां एच अल्फा, एच बीटा, एच गामा ਆਪਾਂ डिफरेंट लाइनस ਨੂੰ ਸ਼ੋ ਕੀਤਾ ਸੀ, ਉਹਨਾਂ ਦੇ ਕਲਰਸ ਬਾਰੇ ਵੀ ਗੱਲ ਕੀਤੀ ਸੀ। ਠੀਕ ਹੈ ਜੀ। ਤਾਂ ਇਹ ਕਿਹਦੀ ਆ ਗਈ ਬੇਟਾ ਐਚ ਅਲਫਾ ਦੀ ਸਾਡੇ ਕੋਲ ਜੋ ਵੇਵਲੈਂਥ ਹੈ ਹਾਈਡਰੋਜਨ ਸਪੈਕਟਰਮ ਦੀ ਉਹ ਆ ਗਈ। ਨਾਓ ਨੈਕਸਟ ਇਜ਼ ਬੇਟੇ ਐਨ ਨੂੰ ਆਪਾਂ 4 ਪੁੱਟ ਕੀਤਾ, ਐਨ ਨੂੰ 4 ਪੁੱਟ ਕੀਤਾ ਬੇਟੇ 2 ਐਜ਼ ਇਟ ਇਜ਼ ਆ ਗਿਆ। ਠੀਕ ਹੈ ਜੀ। ਰੈਸਟ ਆਫ ਦ ਥਿੰਗਸ ਬੇਟੇ ਸੇਮ ਹੋਣਗੀਆਂ। ਐਨ ਇੱਥੇ ਆਪਾਂ ਕੀ ਪੁੱਟ ਕਰ ਦਾਂਗੇ ਬੇਟਾ 4। आफ्टर सॉल्विंग बेटे वी विल गेट लैम्डा इक्वल्स टू 486 नैनोमीटर। दिस वेवलेंथ बेटा कोरसपोंडिंग टू एच बीटा स्पेक्ट्रल लाइन। बेटे यू हैव टू लर्न दीज वैल्यूज कोरसपोंडिंग टू एच अल्फा, एच बीटा, बिकॉज दिस सीरीज इज वेरी वेरी इंपॉर्टेंट। नाउ बेटे वी विल पुट एन इक्वल्स टू 5। एन नू बेटा 5 पुट किया, रेस्ट ऑफ द थिंग्स बेटा सेम जो आप पुट करते आ रहे हैं वो कोरसपोंडिंग अपने को आ गई बेटा 434 नैनोमीटर। दिस वेवलेंथ कोरसपोंडिंग टू एच गामा स्पैक्ट्रल लाइन। ठीक है जी। तो आप एच अल्फा, बीटा, गामा बेटे किते सीगे, उन्हां दी आपां रेंज भी दसी सी कि जो एच अल्फा बेटा इस रेंज दे विच लाई करूगा, एच बीटा इस दे विच, तो उहदे कोरसपोंडिंग अपने कोल रेंजिस ने बेटे वो आ गए। क्लीयर। हुण ये सीगियां साडीआं बेटे लॉन्गेस्ट असीं फाइंड कर ली सीगी। हुण आपां शॉर्टेस्ट फाइंड आउट करांगे। शॉर्टेस्ट दे वास्ते की होगा बेटा जो साडा फाइनल वाली स्टेट होगी बेटे एन एफ तो आप 2 कर ही रहे हैं, एक्साइटेड बेटे कितों तक हो सकती है, इनफानाइट तक हो सकती है, तो आप इनफानाइट पुट करांगे। इनफानाइट पुट किया बेटे वो कोरसपोंडिंग आ गई 364.4 नैनोमीटर। और दिस सीरीज बेटे लाई इन द विजिबल रीजन ऑफ द इलैक्ट्रोमैग्नेटिक स्पेक्ट्रम।
The wavelength beyond the shortest are close to each other that they appear as a continuous spectrum। ਤਾਂ ਬੇਟੇ ਜਿਹੜੀਆਂ 364.6 ਨੈਨੋਮੀਟਰ ਤੋਂ ਬਿਯੋਂਡ ਦੀਆਂ ਬੇਟਾ ਜਿਹੜੀਆਂ ਵੀ ਵੇਵਲੈਂਥਸ ਸਾਡੇ ਕੋਲ ਸਪੈਕਟਰਲ ਲਾਈਨਸ ਹੋਣਗੀਆਂ ਬੇਟੇ ਉਹ ਅਪੀਅਰ ਹੋਣਗੀਆਂ ਐਜ਼ ਅ ਕੰਟੀਨਿਊਸ ਸਪੈਕਟਰਮ। Thus the range of wavelength of spectral line constituting Balmer series ਬੇਟਾ Balmer series ਦੀ ਜੋ ਸਾਡੇ ਕੋਲ ਰੇਂਜ ਹੈ ਬੇਟੇ ਇਹੀ ਹੈ ਜੋ ਅਸੀਂ ਲੌਂਗੈਸਟ ਔਰ ਸ਼ਾਰਟੈਸਟ ਬੇਟੇ ਅਸੀਂ ਫਾਈਂਡ ਆਊਟ ਕਰ ਲਈ। ਠੀਕ ਹੈ ਜੀ, ਤਾਂ ਇਹ ਸੀਗਾ ਬੇਟਾ ਆਲ ਅਬਾਊਟ ਦਾ ਬਾਲਮਰ ਸੀਰੀਜ਼। ਨੋ ਥਰਡ ਇਜ਼ ਅ ਬੇਟਾ ਪਾਸਚਨ। ਹੁਣ ਇਸ ਦੇ ਵਿੱਚ ਕੀ ਹੋਗੀ ਬੇਟਾ ਟ੍ਰਾਂਜੀਸ਼ਨ ਕਿੱਥੋਂ ਹੋਗੀ 3 ਤੋਂ ਹੋਊਗੀ, ਹਾਇਰ ਕਿਹੜੇ ਹੋਣਗੇ ਬੇਟੇ 4 5 6 ਸੌਰੀ ਟ੍ਰਾਂਜੀਸ਼ਨ ਕਿੱਥੋਂ ਹੋਗੀ 4 5 6 2 ਕਿੱਥੇ ਹੋਗੀ ਬੇਟਾ ਥਰਡ ਸੀਰੀਜ਼ ਆ ਗਈ ਤਾਂ NF ਕੀ ਹੈ ਬੇਟੇ ਥਰਡ ਹੈ। ਇਸ ਨੂੰ ਸੀਰੀਜ਼ ਨੂੰ ਆਪਾਂ ਬੋਲਦੇ ਹਾਂ ਬੇਟਾ ਪਾਸਚਨ ਸੀਰੀਜ਼। ਅਗੇਨ ਬੇਟਾ ਪੁੱਟ ਦ ਵੈਲਿਊਜ਼ ਇਨ ਦ ਰਿਦਬਰਗ ਫਾਰਮੂਲਾ ਬੇਟੇ ਐਂਡ ਫਾਈਂਡ ਬੇਟੇ ਲੌਂਗੈਸਟ ਐਂਡ ਸ਼ਾਰਟੈਸਟ। ਲੌਂਗੈਸਟ ਲਈ ਬੇਟਾ ਫਸਟ ਐਕਸਾਈਟਡ ਸਟੇਟ ਆਪਾਂ ਪੁੱਟ ਕਰਤੀ 4 ਬੇਟਾ, ਉਹਦੇ ਕੋਰਸਪੋਂਡਿੰਗ ਸੋਲਵ ਕਰਨ ਤੋਂ ਬਾਅਦ ਬੇਟੇ ਆਪਣੇ ਕੋਲ ਕੀ ਆ ਗਿਆ 1874.1 ਨੈਨੋਮੀਟਰ। ਸਿਮਿਲਰਲੀ ਫॉर द ਸ਼ਾਰਟੈਸਟ ਬੇਟੇ ਇਨਫਾਨਾਈਟ ਪੁੱਟ ਕਰਦੇ ਹਾਂ ਬੇਟਾ, ਤਾਂ ਸ਼ਾਰਟੈਸਟ ਕੀ ਆ ਗਈ ਬੇਟਾ 819.9 ਨੈਨੋਮੀਟਰ। But this series lies in the infrared region of the electromagnetic spectrum. Now fourth is a bracket series बेटा, तो transition की होगा fourth series है, transition होगा बेटे 5 6 7th तो। ठीक है जी, हुण बेटे अगैन बेटे 1/λ इत्थे तो आप 4 ही लवांगे बेटा, इत्थे आप की पुट करांगे एक बारी 5 पुट कर लांगे बेटे, एक बारी इनफानाइट, तो कोरसपोंडिंगली बेटे लॉन्गेस्ट वेवलेंथ आ जाऊगी। लॉन्गेस्ट की आ गई बेटा 4058.9 नैनोमीटर, शॉर्टेस्ट की आ जाऊगा बेटा 1457.6 नैनोमीटर। दिस सीरीज लाइज इन इंफ्रारेड रीजन। तो बेटा इस टाइप के नाल बहुत ईजी है ये, इस टाइप के नाल तुसीं की करना डिफरेंट जो वेवलेंथ्स ने उसनों आप फाइंड कर सकते हैं। नाउ लास्ट इज अ पी फंड सीरीज एंड फिफ्थ सीरीज, इट मीन्स अ ट्रांजिशन फ्रॉम बेटा 6 7 8 टू 5th। तो कोरसपोंडिंग सीरीज बेटा की होगी पी फंड सीरीज। नाउ बेटे अगेन बाय यूजिंग द रिद फार्मूला रिदबर्ग फार्मूला बेटे इत्थे अपने कोल 5 ही है, NI की जगह तो बेटे आप एक बारी 6 पुट करांगे, एक बार इनफानाइट। जो बेटा 6 पुट किया तो कोरसपोंडिंग बेटे 7453.6 नैनोमीटर आ गया बेटे। शॉर्टेस्ट दे विच जो आप पुट किया बेटा इनफानाइट तो वो कोरसपोंडिंग आ गया 2277.5 नैनोमीटर। दिस सीरीज बेटा लाइज इन द इंफ्रारेड रीजन ऑफ द इलैक्ट्रोमैगनैटिक स्पैक्ट्रम। तो बेटा ये सीगियां सीरीज और बहुत सी बेटा एक्सप्लेनेशन सी डिफरेंट सीरीज है। नैक्सट बेटे one diagram is here, spectral series of hydrogen spectrum on energy level diagram। तो बेटा ये एनर्जी लेवल डायग्राम है जो आपको शो किया हुआ। देखो इस टाइप इधर की है बेटे एनर्जीज लिया हुई ने, इधर आप की ने बेटे साढ़े कोल सीरीज ने डिफरेंट उन्होंने रीजनस नूं आपां डिफाइन किया। इधर की ने बेटे अपने कोल डिफरेंट जो लैवल्स ने, ठीक है, ऑर्बिट्स आप बोल सकते हैं N1 है N2 N3 4 है। तो देखो बेटे लेमन सीरीज सीगी, ठीक है जी, उस दे विच बेटा अपने कोल की सीगा ग्राउंड स्टेट की सीगी N1 सी बेटे, एक्साइटेड स्टेट की सी N2 सीगी। तो देखो फर्स्ट जो ट्रांजिशन है बेटा N2 तो लैके N1 तक, ठीक है जी। तो ये लाइनस की ने बेटे डिफरेंट एक्साइटेड स्टेट्स तो बेटे ग्राउंड स्टेट तक आ रही ने। तो ग्राउंड स्टेट उसका की सीगा बेटे N1 सीगा। तो ये सीरीज़ की बन गई साडी लेमन सीरीज़ बन गई। तो इन्हों के कोरसपोंडिंग बेटे सानू एनर्जीज़ दित्तियां हुई ने, एनर्जीज़ नूं आपां फाइंड आउट कर सकते हैं क्योंकि आप एनर्जी का बेटे फॉर्मूला आप इस तो पहले वाले वीडियोज़ के विच बेटे एनर्जी की वैल्यू असीं फाइंड की सी, उस फॉर्मूला नूं यूज़ करके बेटे आप डिफरेंट ऑर्बिट्स के कोरसपोंडिंग आप एनर्जीज़ नूं फाइंड आउट कर सकते हैं, ठीक है जी। तो बेटे लास्ट जो इनफानाइट से इनफानाइट टू फर्स्ट आ गया। तो जी भी बेटा कोई भी इथों रेडिएशन है किसी भी एक्साइटेड स्टेट तो N1 ग्राउंड स्टेट दे विच आ रही है वो लेमन सीरीज़ है, और किस रीजन दे विच एक्ट कर रही है बेटे लाई करूगी अल्ट्रा वायलेट। नैक्सट आ गया बेटे बालमर, बालमर का जो ग्राउंड स्टेट है वो केड़ा बेटे N2 है, ठीक है जी। तो बेटे इनफानाइट तो आप डिफरेंट लैवल्स तो शो किया, वो फस्ट एक्साइटेड स्टेट की होगी बेटे 3 होगी। तो देखो थर्ड तो कितने आई बेटा सैकेंड ग्राउंड स्टेट है। तो सैकेंड वाली तक जी भी आऊगी बेटा ग्राउंड स्टेट के रेडिएशन एक्साइट होने तो बाद वो बालमर सीरीज़ होगी विच इज़ लाई इन द विजिबल रीजन।
ਸਿਮਿਲਰਲੀ ਪਾਸਚਨ ਥਰਡ ਸੀ ਬੇਟਾ, ਤਾਂ N3 ਕੀ ਸੀਗਾ, ਉਸਦਾ ਗਰਾਊਂਡ ਸਟੇਟ ਸੀਗਾ। ਠੀਕ ਹੈ ਜੀ। ਤਾਂ ਬੇਟਾ ਆਪਾਂ ਡਿਫਰੈਂਟ ਸ਼ੋਅ ਕੀਤਾ। ਤਾਂ ਜਿਹੜੀ ਵੀ ਬੇਟਾ ਰੇਡੀਏਸ਼ਨ ਐਕਸਾਈਟਡ ਹੋਣ ਤੋਂ ਬਾਅਦ ਥਰਡ ਦੇ ਵਿੱਚ ਬੇਟੇ ਵਾਪਸ ਆ ਰਹੀ ਹੈ, ਤਾਂ ਉਹਦਾ ਗਰਾਊਂਡ ਸਟੇਟ ਉਹ ਪਾਸਚਨ ਸੀਰੀਜ਼ ਹੈ। ਸਿਮਿਲਰਲੀ ਬ੍ਰੈਕਟ ਦੀ ਬੇਟਾ 4 ਸੀਗੀ, ਪਾਸਚਨ ਦੀ 5 ਸੀਗੀ। ਠੀਕ ਹੈ ਜੀ। ਤਾਂ ਇਹ ਤਿੰਨੋਂ ਕੀ ਨੇ ਬੇਟੇ, ਇਨਫਰਾਰੈੱਡ ਰੀਜਨ ਦੇ ਵਿੱਚ ਲਾਈ ਕਰ ਰਹੀਆਂ ਨੇ। ਤਾਂ ਇਹ ਸੀਗਾ ਬੇਟੇ ਇਹਨਾਂ ਦਾ ਐਨਰਜੀ ਲੈਵਲ ਡਾਇਗ੍ਰਾਮ। ਤਾਂ ਤੁਸੀਂ ਇਸ ਨੂੰ ਬਹੁਤ ਅੱਛੀ ਤਰ੍ਹਾਂ ਬੇਟੇ ਡਰਾ ਕਰਨਾ। ਠੀਕ ਹੈ ਜੀ। ਹੁਣ ਇੱਕ ਚੀਜ਼ ਹੋਰ ਬੇਟਾ, ਹੁਣ ਦੇਖੋ ਆਪਾਂ ਹਾਈਡਰੋਜਨ ਸਪੈਕਟਰਮ ਕੀਤਾ ਬੇਟੇ, ਉਸ ਦੇ ਵਿੱਚ ਕੀ ਨੇ ਸਾਡੇ ਕੋਲ 5 ਸੀਰੀਜ਼ ਨੇ। ਕੀ ਇੱਥੇ ਸਿਰਫ 5 ਸੀਰੀਜ਼ ਹੀ ਨੇ? ਇਸ ਤੋਂ ਅੱਗੇ ਹੁਣ ਅਗਰ ਆਪਾਂ ਇਨਫਾਨਾਈਟ ਐਨ ਨੂੰ ਬੇਟੇ ਇਨਫਾਨਾਈਟ ਲੈ ਰਹੇ ਹਾਂ, ਤਾਂ 6 ਤੋਂ ਬਾਅਦ 7 ਵੀ ਆਊਗਾ, 7 8 9 ਵੀ ਆਊਗਾ। ਤਾਂ ਬੇਟੇ ਇੱਥੇ ਨੰਬਰ ਆਫ ਸੀਰੀਜ਼ ਨੇ। ਲਾਈਕ ਇਸ ਤੋਂ ਪੀ ਫੰਡ ਤੋਂ ਨੈਕਸਟ ਵਾਲੀ ਜੋ ਸੀਰੀਜ਼ ਹੈ ਬੇਟੇ, ਉਹ ਹੰਪਰੀ ਸੀਰੀਜ਼ ਹੈ। ਠੀਕ ਹੈ ਜੀ। ਜਿਸ ਦੇ ਵਿੱਚ ਬੇਟੇ ਐਕਸਾਈਟਡ ਸਟੇਟ ਕੀ ਹੋਊਗੀ, 7th ਹੋਊਗੀ, ਔਰ 6 ਜੋ N6 ਹੈ ਬੇਟੇ, ਉਸ ਦਾ ਗਰਾਊਂਡ ਲੈਵਲ ਹੋਊਗਾ। ਤਾਂ ਇਸ ਟਾਈਪ ਦੇ ਨਾਲ ਬੇਟੇ ਸਾਡੇ ਕੋਲ ਨੰਬਰ ਆਫ ਸੀਰੀਜ਼ ਲਾਈ ਕਰਦੀਆਂ ਨੇ। ਤਾਂ ਆਪਾਂ ਜਨਰਲੀ ਇਹਨਾਂ 5 ਨੂੰ ਬੇਟੇ ਹਾਈਡਰੋਜਨ ਸਪੈਕਟਰਮ ਔਰ ਐਨਰਜੀ ਲੈਵਲ ਡਾਇਗਰਾਮਸ ਦੇ ਵਿੱਚ ਡਿਸਕਸ ਕਰਦੇ ਹਾਂ। ਤਾਂ ਇਹ ਸੀਗਾ ਬੇਟਾ ਆਲ ਅਬਾਊਟ ਸਪੈਕਟਰਲ ਸੀਰੀਜ਼ ਦੀ ਐਕਸਪਲੇਨੇਸ਼ਨ ਔਰ ਐਨਰਜੀ ਲੈਵਲ ਡਾਇਗਰਾਮ।